ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਦੇ ਤਹਿਤ ਅਸੀਂ ਸਾਰੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਵਿੱਚੋਂ ਸਾਨੂੰ ਕਿਹੜਾ ਸੁੱਖ ਪ੍ਰਾਪਤ ਹੈ ਔਰ ਅਸੀਂ ਕਿਸ ਚੀਜ਼ ਨੂੰ ਸੁੱਖ ਮੰਨ ਕੇ ਚੱਲ ਰਹੇ ਹਾਂ। ਤੇ ਵੇਖੋ, ਚੌਥੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਕਿ ਵੀ ਗੁਣਾਂ ਦੀ ਸੰਭਾਲ ਕਰ, ਉਹ ਗੁਣ ਚੀਤ ਰੱਖ, ਤੇਰੇ ਚਿੱਤ ਵਿੱਚ ਰੱਖਣੇ ਚਾਹੀਦੇ ਨੇ, ਤੇਰੀ ਸੋਚ ਵਿੱਚ ਸਦਾ ਰਹਿਣੇ ਚਾਹੀਦੇ। ਨਾਨਕ ਨਿਭੀ ਨਾਲ ਤੇਰੇ ਨਾਲ ਉਹ ਗੁਣਾਂ ਨੇ ਹੀ ਨਿਭਣਾ, ਹੋਰ ਦੁਨੀਆ ਵਿੱਚ ਕੋਈ ਚੀਜ਼ ਤੇਰੇ ਨਾਲ ਨਹੀਂ ਨਿਭਣੀ। ਹੁਣ ਵੇਖੋ, ਦੂਸਰੇ ਪਦੇ ਵਿੱਚ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। 8 ਪਦੇ ਨੇ ਇੱਕ ਸ਼ਲੋਕ ਦੇ ਨਾਲ, ਤੇ ਅੱਜ ਦੂਸਰੇ ਪਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਹ ਪ੍ਰਸਾਦ ਤਰ ਉਪਰ ਸੁਖ ਬਸੈ, ਸੂਤ ਪ੍ਰਾਤ ਮੀਤ ਬਣਤਾ ਸੰਗ ਹਸੈ। ਕਿ ਜਿਸ ਦੀ ਕਿਰਪਾ ਨਾਲ, ਕਿਉਂਕਿ ਪਰਮਾਤਮਾ ਦੇ ਸਵਾਸ ਬਖਸ਼ੇ ਨੇ ਤੇ ਸਵਾਸ ਚੱਲ ਰਹੇ ਨੇ। ਪਿਆਰ ਵਾਲਿਓ, ਜੇ ਉਹਦੇ ਸਿਧਾਂਤ ਵਿੱਚ ਵੇਖੋ, ਉਹਦੇ ਨਿਯਮ ਵਿੱਚ ਸਾਡਾ ਜਨਮ ਹੋਇਆ, ਸਵਾਸ ਚੱਲ ਰਹੇ ਨੇ। ਧਰ ਉੱਪਰ, ਧਰਤੀ ਉੱਪਰ ਸੁਖ ਬਸੈ। ਜੇ ਤੂੰ ਚਾਹੁੰਦਾ ਕਿ ਸੁੱਖ ਨਾਲ ਤੇਰਾ ਬਸੇਰਾ ਹੋਵੇ, ਸੁੱਖ ਤੇਰੇ ਅੰਦਰ ਰਵੇ, ਸੂਤ ਫਿਰ ਪ੍ਰਾਤ ਮੀਤ, ਇਹ ਸਾਰੀ ਗੱਲ ਹੋ ਰਹੀ ਗਿਆਨ ਇੰਦਰੇ ਕਾਮ ਇੰਦਰਿਆਂ ਦੀ, ਤੇ ਬਨੀਤਾ ਜੀਵ ਆਤਮਾ। ਕਿਉਂਕਿ ਏਕਾ ਪੁਰਖ ਸਬਾਈ ਨਾਲ ਕਹਿੰਦੇ, ਜੇ ਤੂੰ ਚਾਹੁੰਦਾ ਕਿ ਇਹ ਜੀਵ ਆਤਮਾ ਉਹਨਾਂ ਸੁੱਖਾਂ ਦੇ ਨਾਲ ਆਨੰਦ ਮਾਣਦੀ ਰਵੇ, ਉਸ ਸੁੱਖ ਨੂੰ ਹਾਸਲ ਕਰੇ, ਤੇ ਉਹਦੇ ਲਈ ਕਰਨਾ ਕੀ ਪਵੇਗਾ? ਸਤਿਗੁਰੂ ਜੀ ਕਹਿੰਦੇ ਨੇ ਸਾਰਾ ਕੁਝ ਅੱਜ ਸਿਧਾਂਤ ਦੀ ਗੱਲ ਕਰ ਰਹੇ ਨੇ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਕਿ ਜਿਹਦੀ ਕਿਰਪਾ ਨਾਲ ਤੂੰ ਠੰਡੇ ਜਲ, ਨਾਮ ਪਰਮਾਤਮਾ ਦਾ ਸਿਧਾਂਤ ਹੈ ਠੰਡਾ ਸ਼ੀਤਲ, ਉਹਦੇ ਵਿੱਚ ਆਤਮਿਕ ਖੇੜਾ ਹੈ, ਰੂਹਾਨੀਅਤ ਜੀਵਨ ਹੈ, ਉਸ ਤੋਂ ਠੰਡਾ ਹੋਰ ਦੁਨੀਆ ਦਾ ਕੋਈ ਨਹੀਂ ਪਦਾਰਥ ਨਹੀਂ ਹੈ। ਸੋ ਸਤਿਗੁਰੂ ਜੀ ਕਹਿੰਦੇ, ਸੁਖਦਾਈ ਪਵਨ ਪਾਵਕ ਅਮੂਲਾ। ਸੁੱਖ ਦੀ ਦਾਤ ਤੈਨੂੰ ਪ੍ਰਾਪਤ ਹੋ ਸਕਦੀ ਹੈ ਇਸ ਪਾਵਕ, ਪਵਨ ਕਹਿੰਦੇ ਨੇ ਸਵਾਸ, ਪਾਵਕ ਕਹਿੰਦੇ ਨੇ ਅੱਗ ਨੂੰ, ਤ੍ਰਿਸ਼ਨਾਵਾਂ ਦੀ ਅੱਗ, ਅਮੁੱਲਾ, ਉਹਨਾਂ ਗੁਣਾਂ ਦਾ ਕੋਈ ਮੁੱਲ ਨਹੀਂ ਹੈ। ਉਹ ਤੇਰੇ ਹਿਰਦੇ ਵਿੱਚ ਪਏ ਹੋਏ ਨੇ, ਤੇ ਤੂੰ ਠੰਡਕ ਪ੍ਰਾਪਤ ਕਰ ਸਕਦਾ ਹੈ ਪਰਮਾਤਮਾ ਦੇ ਨਾਮ ਦੇ ਨਾਲ, ਪਰਮਾਤਮਾ ਦੇ ਗੁਣਾਂ ਦੇ ਨਾਲ। ਤੇ ਸਤਿਗੁਰੂ ਜੀ ਵੇਖੋ, ਅੱਜ ਸਾਰੇ ਸਿਧਾਂਤ ਦੀ ਗੱਲ ਕਰ ਰਹੇ ਨੇ, ਔਰ ਉਹਨਾਂ ਭੋਜਨਾਂ, ਉਹਨਾਂ ਚੀਜ਼ਾਂ ਦੀ ਜਿਹਨੂੰ ਅਸੀਂ ਸੁੱਖ ਮੰਨਿਆ ਹੋਇਆ, ਤੇ ਸੁੱਖ ਅਸਲ ਵਿੱਚ ਹੈ ਕੀ ਹੈ? ਜੈ ਪ੍ਰਸਾਦ ਭੋਗੈ ਸਭ ਰਸਾ। ਜਿਸ ਪਰਮਾਤਮਾ ਦੀ ਕਿਰਪਾ ਨਾਲ, ਜਿਸ ਦੇ ਗਿਆਨ ਨਾਲ ਤੂੰ ਸਾਰੇ ਰਸਾਂ ਨੂੰ ਭੋਗ ਸਕਦਾ। ਸਗਲ ਸਮਗਰੀ ਸੰਗ ਸਾਥ ਬਸਾ। ਉਹ ਸਾਰੀ ਸਮੱਗਰੀ ਵੇਖੋ ਤੇਰੇ ਨਾਲ ਹੀ ਪਈ ਹੋਈ ਹੈ। ਹੁਣ ਇੱਥੇ ਕੋਈ ਬਾਹਰਲੇ ਪਦਾਰਥਾਂ ਦੀ ਗੱਲ ਹੋ ਰਹੀ ਹੈ? ਗੱਲ ਤੇ ਮਨ ਦੀ ਹੈ ਨਾ, ਮਨ ਟਿਕਣ ਦੀ ਹੋ ਰਹੀ ਨਾ। ਵਿਸ਼ਰਾਮ ਤੇ ਉਹੀ ਹੈ, ਇੱਕੋ ਹੀ ਹੈ ਨਾ, ਮਨ ਵਿਸ਼ਰਾਮ, ਮਨ ਟਿਕ ਜਾਣਾ। ਤੇ ਨਾਲ ਹੀ ਚੌਥੇ ਸ਼ਲੋਕ ਵਿੱਚ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਗੁਣ ਸਭ ਕੁਝ ਤੇਰੇ ਹਿਰਦੇ ਵਿੱਚ ਪਿਆ, ਉਹ ਰੂਹਾਨੀਅਤ ਜੀਵਨ ਤੇਰੇ ਕੋਲ ਹੈ। ਹੁਣ ਉਹ ਰੂਹਾਨੀਅਤ ਜੀਵਨ ਨੂੰ ਜਿਉਣਾ ਕਿੰਨੇ ਹੈ? ਉਸ ਰੂਹਾਨੀਅਤ ਜੀਵਨ ਨੂੰ ਇੱਕ ਸਿੱਖ ਨੇ ਜੀਣਾ ਹੈ। ਆਤਮਿਕ ਜੀਵਨ, ਅਡੋਲਤਾ ਵਾਲਾ ਜੀਵਨ, ਜਿਹਦੇ ਵਿੱਚ ਕੋਈ ਡੋਲਤਾ ਨਹੀਂ, ਕਦੀ ਮਾੜੀ ਸੋਚ ਨਹੀਂ, ਮਾੜੇ ਵਿਚਾਰ ਨਹੀਂ। ਕਿਉਂਕਿ ਮਾੜੇ ਵਿਚਾਰ ਹੈ ਅੱਗ, ਤ੍ਰਿਸ਼ਨਾਵਾਂ ਦੀ ਅੱਗ। ਸੋ ਸਤਿਗੁਰੂ ਜੀ ਵੇਖੋ, ਸਾਨੂੰ ਅੱਜ ਸਾਰੀ ਕੁਝ ਇਸ ਸਿਧਾਂਤ, ਸਗਲ ਸਮਗਰੀ ਸੰਗ ਸਾਥ ਬਸਾ, ਉਹ ਸਭ ਕੁਝ ਤੇਰੇ ਨਾਲ ਹੀ ਏ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ। ਕਹਿੰਦੇ ਤੂੰ ਭੁੱਲ ਗਿਆ, ਉਹਨਾਂ ਵੱਲ ਤੇ ਧਿਆਨ ਮਾਰ।
ਹੱਥ ਜਿਨ੍ਹਾਂ ਕੋਲ 2 ਹੱਥ ਵੀ ਹੈ ਨਹੀਂ, ਪਾਮ ਕਈ ਤੈਨੂੰ ਐਸੇ ਮਿਲਣਗੇ ਉਹਨਾਂ ਕੋਲ ਪੈਰ ਵੀ ਨਹੀਂ, ਤੈਨੂੰ ਸਭ ਕੁਝ ਮਿਲਿਆ। ਕਰਨ ਨੇਤਰ ਰਸਣਾ, ਵੇਖੋ ਅੱਖਾਂ ਮਿਲੀਆਂ, ਐਸੇ ਵੀ ਹੈਗੇ ਨੇ ਜਿਨ੍ਹਾਂ ਕੋਲ ਅੱਖਾਂ ਹੀ ਹੈ ਨਹੀਂ। ਰਸਨਾ ਨਾਲ ਤੂੰ ਬੋਲ ਰਹੇ ਆ, ਅਤੇ ਕੋਈ ਉਹ ਵੀ ਹੈਗੇ ਨੇ ਜਿਹੜੇ ਵਿਚਾਰੇ ਜਨਮ ਤੋਂ ਹੀ ਗੂੰਗੇ ਨੇ। ਇਹ ਪਰਮਾਤਮਾ ਦੇ ਸਿਧਾਂਤ ਵਿੱਚ ਜਨਮ ਹੋਇਆ ਨਾ ਸਾਰਾ। ਅਤੇ ਕਹਿੰਦੇ ਉਸ ਪਰਮਾਤਮਾ ਦੇ ਸਿਧਾਂਤ ਵਿੱਚ ਤੈਨੂੰ ਹਰ ਚੀਜ਼ ਮਿਲੀ, ਤਿਸੈ ਤਿਆਗ, ਤੇ ਤੂੰ ਉਹਨੂੰ ਹੀ ਤਿਆਗ ਕਰ ਦਿੱਤਾ, ਉਹਨੂੰ ਪਰਮਾਤਮਾ ਨੂੰ ਹੀ ਭੁੱਲ ਗਿਆ। ਕਿਉਂਕਿ ਇਨਸਾਨ ਖੁਦ ਕਹਿੰਦਾ ਕਿ ਮੈਂ ਚਲਾਕ ਹਾਂ। ਆਪਣੀ ਇਸ ਮੈਂ ਨੇ, ਮੇਰੀ ਅਹੰਗ ਰੋਗ ਨੇ, ਮੇਰੀ ਅਗਿਆਨਤਾ ਨੇ ਕਹਿਤਾ ਕਿ ਮੈਂ, ਤੇ ਸਤਿਗੁਰੂ ਜੀ ਕਹਿੰਦੇ ਤਿਸੈ ਤਿਆਗ ਅਵਰ ਸੰਗ ਰਚਨਾ। ਤੂੰ ਕਿੱਥੇ ਰਚ ਗਿਆ, ਕਿਸ ਚੀਜ਼ ਨੂੰ ਦੇ ਵਿੱਚ ਵਸ ਗਿਆ, ਕਿਹੜੀ ਚੀਜ਼ ਨੂੰ ਤੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਅੱਜ ਇਹੀ ਹੋ ਰਿਹਾ ਨਾ, ਗੁਰੂ ਦਾ ਗਿਆਨ ਵੇਖੋ ਸਾਨੂੰ ਸਾਰਾ ਜੀਵਨ ਜਿਉਣ ਦਾ ਢੰਗ ਦੱਸ ਰਹੇ ਨੇ ਕਿ ਇਹ ਸਿੱਖਾ ਆਹ ਨੇ ਪਰਮਾਤਮਾ ਦੇ ਗੁਣ, ਤੇ ਐਵੇਂ ਤੂੰ ਜੀਵਨ ਜਿਉਣਾ। ਅਤੇ ਅਸੀਂ ਇਸ ਦਾ ਕਰ ਦਿੱਤਾ ਤਿਆਗ, ਕਿਉਂਕਿ ਮੱਥਾ ਟੇਕ ਕੇ ਚਲੇ ਜਾਂਦੇ ਹਾਂ, ਅਤੇ ਬਾਹਰ ਕੋਈ ਪਖੰਡੀ ਕਰ ਰਿਹਾ ਪਖੰਡ, ਅਤੇ ਉਹਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਈ ਜਾਂਦੇ ਹਾਂ, ਆਸਰਾ ਬਣਾਈ ਜਾਂਦੇ ਹਾਂ ਕਿ ਮੈਨੂੰ ਐਵੇਂ ਸੁੱਖ ਮਿਲਣਗੇ, ਮੈਨੂੰ ਐਵੇਂ ਸੁੱਖ ਮਿਲਣਗੇ। ਸੋ ਪਿਆਰ ਵਾਲਿਓ, ਸਤਿਗੁਰੂ ਜੀ ਤੇ ਵੇਖੋ ਇੱਕ ਸਿੱਖ ਨੂੰ ਉੱਚ ਕੋਟੀ ਦੀ ਸਿਕਸ਼ਾ ਬਖਸ਼ ਰਹੇ ਨੇ। ਗੁਰਦੁਆਰਾ ਹੋਏ ਸੋਝੀ ਪਾਈ ਸੀ। ਗੁਰੂ ਦੇ ਦਵਾਰ 'ਤੇ ਆ ਕੇ ਅਸੀਂ ਗੁਣਾਂ ਦੀ ਸਾਂਝ ਪਾਉਣੀ ਸੀ, ਗੁਣਾਂ ਨਾਲ ਜੁੜਨਾ ਸੀ, ਪਰਮਾਤਮਾ ਦੇ ਸਿਧਾਂਤ ਨੂੰ ਸਮਝਣਾ ਸੀ, ਪਰਮਾਤਮਾ ਦੇ ਨਿਯਮ ਨੂੰ ਸਮਝਣਾ ਹੈ। ਜੀਵਨ ਜਿਉਣ ਦਾ ਤਰੀਕਾ ਸਾਨੂੰ ਸਿਰਫ ਗੁਰੂ ਦੇ ਗਿਆਨ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਸੋ ਪਿਆਰ ਵਾਲਿਓ, ਜੇ ਗੁਰੂ ਦੇ ਗਿਆਨ ਨੂੰ ਹੀ ਨਹੀਂ ਸਮਝੇ, ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਹੀ ਨਹੀਂ ਬਣਾਇਆ, ਫਿਰ ਇਹ ਜੀਵਨ ਅਜਾਈਂ ਚਲਾ ਜਾਵੇਗਾ। ਬਿਨ ਸਿਮਰਨ ਜੋ ਜੀਵਨ ਵਰਣਾ, ਫਿਰ ਇਹ ਜੀਵਨ ਸੁਆਹ ਹੋ ਰਿਹਾ, ਸੜ ਰਿਹਾ ਹੈ। ਸਤਿਗੁਰੂ ਜੀ ਕਹਿ ਰਹੇ ਨੇ ਸੁਆਹ ਹੋ ਰਿਹਾ, ਸਰਪ ਜੈਸੀ ਅਰਜਾਰੀ, ਜਿਵੇਂ ਸੱਪ ਦੀ ਆਰਜਾ ਵੇਖੋ ਅੰਦਰ ਜ਼ਹਿਰੀ ਇਕੱਠੀ ਹੋ ਰਹੀ ਹੈ, ਕਿੰਨਾ ਵੀ ਲੰਬੀ ਉਮਰ ਜੀ ਲਵੇ। ਉਹੀ ਹਾਲ ਇਨਸਾਨ ਦੀ ਹੈ। ਜੇ ਪਰਮਾਤਮਾ ਦੇ ਸਿਧਾਂਤ ਨੂੰ ਸਿੱਖ ਭੁੱਲ ਗਿਆ, ਤੇ ਅੰਦਰ ਤ੍ਰਿਸ਼ਨਾਵਾਂ ਦੀ ਅੱਗ ਹੈ, ਵਾਸਨਾਵਾਂ ਦੀ ਅੱਗ ਹੈ, ਮਾੜੀ ਸੋਚ ਹੈ, ਤੇ ਇਹ ਜੀਵਨ ਸੜ ਰਿਹਾ ਹੈ, ਜਲ ਰਿਹਾ ਹੈ, ਗੁਜ਼ਰ ਨਹੀਂ ਰਿਹਾ। ਸੋ ਲਾਸਟ ਪੰਕਤੀਆਂ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਐਸੇ ਦੁੱਖ ਮੁੜ ਅੰਧ ਵਿਆਪੇ। ਵੇਖੋ ਹੁਣ ਆਹ ਪੰਕਤੀ ਤੇ ਸਮਝਾ ਰਹੀ ਹੈ ਨਾ ਕਿ ਐਵੇਂ ਦੇ ਦੁੱਖ, ਮੂੜ, ਅਗਿਆਨਤਾ, ਅੰਧ ਹੈ ਅਗਿਆਨਤਾ ਦਾ ਹਨੇਰਾ ਜਿਹੜਾ ਸਾਡੀਆਂ ਅੱਖਾਂ 'ਤੇ ਪੈ ਚੁੱਕਾ ਹੈ, ਵਿਆਪ ਹੈ, ਉਹਦੇ ਵਿੱਚ ਹੀ ਇਨਸਾਨ ਵਿਆਪ ਗਿਆ, ਉਹਦੇ ਵਿੱਚ ਹੀ ਇਨਸਾਨ ਆਪਣੇ ਜੀਵਨ ਨੂੰ ਗੁਜ਼ਾਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਗੁਰੂ ਦੇ ਗਿਆਨ ਨੂੰ ਸਮਝਣਾ ਹੀ ਨਹੀਂ ਕਰਦੇ ਅਸੀਂ। ਅਤੇ ਨਾਨਕ ਸਾਹਿਬ ਜੀ ਦੀ ਸੋਚ, ਗੁਰੂ ਨਾਨਕ ਸਾਹਿਬ ਜੀ ਦੀ ਸੋਚ ਵੇਖੋ ਕੀ ਕਹਿ ਰਹੀ ਹੈ, ਨਾਨਕ ਕਾਢ ਲਿਹੋ ਪ੍ਰਭ ਆਪੇ, ਕਿ ਇਹ ਸਿੱਖਾ ਉਸ ਪਰਮਾਤਮਾ ਨੂੰ ਤੂੰ ਖੁਦ ਸਮਝਣਾ ਹੈ ਕਿ ਪਰਮਾਤਮਾ ਕੀ ਹੈ। ਆਪ ਪਰਮਾਤਮਾ ਨੂੰ ਸਮਝ ਕੇ ਉਸ ਆਤਮਿਕ ਖੇੜੇ ਦਾ ਆਨੰਦ ਵੀ ਤੈਨੂੰ ਖੁਦ ਮੰਨਣਾ ਪੈਣਾ ਹੈ। ਦੁਨੀਆ ਦੀ ਕੋਈ ਵੀ ਤਾਕਤ, ਕੋਈ ਵੀ ਪਖੰਡੀ ਜਾਂ ਕੋਈ ਵੀ ਤੈਨੂੰ ਪੂਜਾ ਕ੍ਰਿਆ ਉਸ ਪਰਮਾਤਮਾ ਦੀ ਬਖਸ਼ਿਸ਼ ਦੀ ਸਮਝ ਨਹੀਂ ਦੇ ਸਕਦੀ। ਉਹਦੇ ਨਾਲ ਤੇ ਅਸੀਂ ਅੰਨੀ ਸ਼ਰਧਾ ਦੇ ਨਾਲ ਜੁੜੇ ਹੋਏ ਹਾਂ, ਪਰ ਅਸਲ ਵਿੱਚ ਸਤਿਗੁਰੂ ਹੋਏ ਦਿਆਲ, ਜਿਸ ਦੀ ਵੀ ਗਿਆਨ ਹੋ ਜਾਵੇ ਤੇ ਦਇਆ ਪੈਦਾ ਹੁੰਦੀ ਹੈ, ਤਾਂ ਸ਼ਰਧਾ ਪੂਰੀ ਹੈ ਤੇ ਸਰਦਾ ਪੂਰਨ ਹੈ। ਪਰ ਹੁਣ ਅਸੀਂ ਝਾਤੀ ਮਾਰਨੀ ਕਿ ਮੈਂ ਕਿਹੜੀ ਸ਼ਰਧਾ ਨਾਲ ਜੁੜਿਆ ਹੋਇਆ ਹਾਂ। ਸੋ ਅੱਜ ਦੇ ਇਸ ਦੂਸਰੇ ਪਦੇ ਵਿੱਚ ਸਤਿਗੁਰੂ ਜੀ ਸਾਨੂੰ ਵੇਖੋ ਉਸ ਪਰਮਾਤਮਾ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਕਿ ਇਸ ਸਰੀਰ ਦੇ ਜਿਨ੍ਹਾਂ ਨੂੰ ਪੂਰੇ ਅੰਗ ਮਿਲੇ ਨੇ, ਰੋਜ਼ ਗੁਰੂ ਨੂੰ ਆ ਕੇ ਮੱਥਾ ਟੇਕਦੇ ਨੇ, ਪਰ ਆਪਣੀ ਅਗਿਆਨਤਾ ਨੂੰ ਲੈ ਕੇ ਆਉਂਦੇ ਨੇ, ਅਗਿਆਨਤਾ ਨਾਲ ਹੀ ਚਲੇ ਜਾਂਦੇ ਨੇ, ਗੁਰੂ ਦੇ ਗਿਆਨ ਨੂੰ ਨਹੀਂ ਸਮਝਦੇ, ਉਹ ਜੀਵਨ ਅਜਾਈਂ ਗਵਾ ਰਹੇ ਨੇ। ਪਰ ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰੂ ਦੇ ਗਿਆਨ ਨੂੰ ਸਮਝ ਕੇ ਗੁਰੂ ਦੇ ਗਿਆਨ ਅਨੁਸਾਰ ਜੀਵਨ ਗੁਜ਼ਾਰ ਰਹੇ ਨੇ, ਉਹ ਇਸ ਜੀਵਨ ਨੂੰ ਸਫਲ ਕਰ ਰਹੇ ਨੇ, ਔਰ ਉਹ ਖੁਦ ਕਰ ਰਹੇ ਨੇ, ਕਿਸੇ ਦੇ ਨਾਲ ਨਹੀਂ ਜੁੜ ਸਕਦੇ। ਕਿਉਂ?
ਕਿਉਂਕਿ ਹੁਣ ਗਿਆਨ ਉਹਨਾਂ ਦੇ ਜੀਵਨ ਦਾ ਆਧਾਰ ਬਣ ਚੁੱਕਾ ਹੈ। ਸੋ ਪਿਆਰ ਵਾਲਿਓ, ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਔਰ ਇਸ ਜੀਵਨ ਨੂੰ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ